ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦਿ ਧਿਆਵੋ, ਹਿਰਦਿ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੀ ਨਾਸ਼ਕ, ਬਿਘਨਨ ਕੀ ਨਾਸ਼ਕ। ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਿਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਸਾਹਿਬ ਜੀ। ਸ਼੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ। ਘਰ ਸਤਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੋਗ ਨਾ ਖਿੰਥਾ ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਐ। ਜੋਗ ਨਾ ਮੁੰਦੀ ਮੁੰਡ ਮੁਡਾਇਐ, ਜੋਗ ਨਾ ਸਿੰਘੀ ਵਾਈਐ। ਜੋਗ ਨਾ ਖਿੰਥਾ ਜੋਗ ਨਾ ਡੰਡੈ।
ਸਤਿਗੁਰੂ ਗਰੀਬ ਨਿਵਾਜ ਹਲਤ ਪਲਤ ਕੀ ਰਖਿਅਕ ਦੀਨ ਦਿਆਲ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਫਤਿਹ ਵਿੱਚ ਹਾਜ਼ਰੀ ਭਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਗੁਰ ਇਤਿਹਾਸ ਆਪ ਸਰਵਣ ਕਰ ਰਹੇ ਹੋ। ਕੱਲ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਖਡੂਰ ਸਾਹਿਬ ਨਗਰ ਦੇ ਅੰਦਰ ਗੁਰਤਾ ਗੱਦੀ ਤੇ ਸੁਭਾਇਮਾਨ ਹੋ ਕੇ ਗੁਰਸਿੱਖਾਂ ਨੂੰ ਦਰਸ਼ਨ ਦੀਦਾਰੇ ਦੇ ਰਹੇ ਹਨ, ਉਧਰ ਸੁਮੇਰ ਪਰਬਤ ਦੇ ਉੱਤੇ ਸਿੱਧਾਂ ਨੇ ਵਿਚਾਰ ਕੀਤੀ ਕਿ ਗੁਰੂ ਨਾਨਕ ਦੇਵ ਮਹਾਰਾਜ ਆਪ ਤਾਂ ਬੜੇ ਵੱਡੇ ਗੁਰੂ ਸਨ, ਬੜੀ ਲੁਕਾਈ ਦਾ ਉਹਨਾਂ ਨੇ ਭਲਾ ਕੀਤਾ, ਬੜੇ ਲੋਕਾਂ ਨੂੰ ਤਾਰਿਆ, 4 ਉਦਾਸੀਆਂ ਉਹਨਾਂ ਕੀਤੀਆਂ। ਜਿਹੜੇ ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਦੂਸਰੇ ਥਾਂ ਸੱਜੇ ਹਨ ਕਿ ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਜਿੱਡੀ ਸ਼ਕਤੀ ਰੱਖਦੇ ਹੈ। ਇਹ ਸੋਚ ਕਰਕੇ ਸਿੱਧ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਮਹਾਰਾਜ ਕੋਲ ਆ ਕੇ ਪਹੁੰਚੇ ਹਨ। ਆਦੇਸ਼ ਆਦੇਸ਼ ਕਹੀ ਹੈ, ਨਮਸਕਾਰ ਨਮਸਕਾਰ ਕਹੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੜੇ ਸਤਿਕਾਰ ਦੇ ਕੇ ਇਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਆਸਣ ਦੇ ਕਰਕੇ ਆਪਣੇ ਕੋਲ ਲਾਗੇ ਬਿਠਾਇਆ। ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੇ ਧਰਮ ਦੇ ਵਿੱਚ, ਤੁਹਾਡੇ ਪੰਥ ਦੇ ਵਿੱਚ ਤੁਸੀਂ ਯੋਗ ਦਾ ਉਪਦੇਸ਼ ਨਹੀਂ ਦਿੰਦੇ, ਤੁਸੀਂ ਯੋਗ ਦੇ 8 ਅੰਗ ਆਪਣੇ ਸਿੱਖਾਂ ਨੂੰ ਨਹੀਂ ਦੱਸਦੇ, ਇਵੇਂ ਤੁਹਾਡੇ ਸਿੱਖਾਂ ਦਾ ਪਾਰ ਉਤਾਰਾ ਕਿਵੇਂ ਹੋਵੇਗਾ? ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਧੋ ਅਸੀਂ ਤਾਂ ਪ੍ਰੇਮ ਯੋਗ ਜਾਂ ਭਗਤੀ ਯੋਗ ਆਪਣੇ ਸਿੱਖਾਂ ਨੂੰ ਦੱਸਿਆ ਹੈ। ਭਗਤੀ ਦੇ ਨਾਲ ਹੀ ਸਾਡੇ ਗੁਰਸਿੱਖਾਂ ਦਾ ਨਿਸਤਾਰਾ ਹੋ ਜਾਵੇਗਾ। ਸੇਵਾ ਸਿਮਰਨ ਦੇ ਨਾਲ ਹੀ ਸਾਡੇ ਗੁਰਸਿੱਖ ਇਸ ਭੌਜਲ ਸੰਸਾਰ ਤੋਂ ਤਰ ਜਾਣਗੇ। ਤੋ ਇਹ ਸਿੱਧ ਕਹਿਣ ਲੱਗੇ, ਮਹਾਰਾਜ ਜੀ ਤੁਹਾਡਾ ਭਗਤੀ ਯੋਗ ਕਿੱਦਾਂ ਦਾ? ਸਾਡੇ ਯੋਗ ਦੇ ਤਾਂ 8 ਅੰਗ ਹਨ, ਅਸੀਂ ਤਾਂ ਬੜਾ ਯੋਗ ਕਮਾਉਂਦੇ ਹਾਂ, ਸਮਾਧੀਆਂ ਲਾਉਂਦੇ ਹਾਂ। ਜਦੋਂ ਇਹਨਾਂ ਨੇ ਪ੍ਰਸ਼ਨ ਸਾਧ ਸੰਗਤ ਜੀ ਕੀਤਾ ਨਾ, ਕਹਿੰਦੇ ਤੁਹਾਡੇ ਮਹਾਰਾਜ ਜੀ ਸਿੱਖ ਤਾਂ ਫਿਰ ਆਤਮਾ ਨੂੰ ਦੇਖਣ ਤੋਂ ਰਹਿ ਹੀ ਜਾਣਗੇ। ਮਹਾਰਾਜ ਜੀ ਕਹਿੰਦੇ, ਨਹੀਂ ਭਾਈ, ਸਾਡੇ ਸਿੱਖ ਸਗੋਂ ਆਤਮਾ ਨੂੰ ਵੇਖ ਲੈਂਦੇ ਐ, ਪਰ ਤੁਸੀਂ ਆਤਮਾ ਨੂੰ ਨਹੀਂ ਵੇਖ ਪਾਉਂਦੇ। ਤੁਸੀਂ ਮਨ ਤਾਂ ਟਿਕਾ ਲਾਂਦੇ ਐ ਕਿਤੇ ਮਸਾਂ ਮਸਾਂ। ਜਦ ਨੂੰ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਆ ਖਲੋਂਦੀਆਂ, ਉਦੋਂ ਫਿਰ ਤੁਹਾਡਾ ਮਨ ਉਹਨਾਂ ਦੇ ਵਿੱਚ ਪਰਚ ਜਾਂਦਾ ਹੈ। ਮਹਾਰਾਜ ਜੀ ਕਹਿੰਦੇ, ਸਾਡੇ ਗੁਰਸਿੱਖ ਭਾਈ ਰਿੱਧੀਆਂ ਸਿੱਧੀਆਂ ਵਿੱਚ ਨਹੀਂ ਪਰਚਦੇ। ਤੋ ਇਹ ਸਿੱਧਾਂ ਨੂੰ ਫਿਰ ਗਰੀਬ ਨਵਾਜ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਲੋਕ ਸਰਵਣ ਕਰਾਉਣ ਲੱਗੇ ਹੈ। ਵਾਹਿਗੁਰੂ ਇੱਕ ਸ਼ਬਦ ਸਿੱਧਾਂ ਨੂੰ ਸਰਵਣ ਕਰਾਉਣ ਲੱਗੇ ਹੈ। ਜਿਵੇਂ ਸਤਿਗੁਰੂ ਗਰੀਬ ਨਵਾਜ ਕਿਰਪਾ ਕਰਦੇ ਪ੍ਰੇਮ ਨਾਲ ਸਰਵਣ ਕਰੋ। ਸ਼੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ। ਘਰ ਸਤਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋਗ ਨ ਕਿੰਤਾ ਜੋਗ ਨ ਡੰਡੈ। ਗਰੀਬ ਨਵਾਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਪਦੇਸ਼ ਇਹਨਾਂ ਨੂੰ ਸਰਵਣ ਕਰਵਾਉਣ ਲੱਗੇ। ਕਹਿੰਦੇ, ਹੇ ਸਿੱਧੋ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਸਾਨੂੰ ਇਸ ਪ੍ਰਕਾਰ ਦਾ ਯੋਗ ਦੱਸਿਆ, ਤੁਸੀਂ ਕੰਨ ਦੇ ਕਰਕੇ ਸੁਣੋ। ਸ਼੍ਰੀ ਮੁਖ ਵਾਕ ਸ਼੍ਰੋਮਣੀ ਮੁਖ ਤੋਂ ਵਾਕ ਭਾਵ ਵਚਨ ਮਹਾਰਾਜ ਜੀ ਕਹਿਣ ਲੱਗੇ। ਸੂਹੀ ਮਹੱਲਾ ਪਹਿਲਾ। ਘਰ ਸਤਵਾਂ। ਸਾਧ ਸੰਗਤ ਜੀ,
ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹਨਾਂ ਨੂੰ ਉਪਦੇਸ਼ ਸਰਵਣ ਕਰਵਾਉਣਾ ਹੈ ਤਾਂ ਗਰੀਬ ਨਵਾਜ ਸਤਿਗੁਰੂ ਜੀ ਸੂਹੀ ਰਾਗ ਦੇ ਅੰਦਰ ਸੂਹੀ ਮਹੱਲਾ ਪਹਿਲਾ ਪਹਿਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੂਹੀ ਰਾਗ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਐ। ਸੱਤਵੇਂ ਘਰ ਸੁਰਤਾਲ ਦੇ ਅੰਦਰ ਇਹ ਗੁਰੂ ਅੰਗਦ ਦੇਵ ਮਹਾਰਾਜ ਇਹਨਾਂ ਨੂੰ ਦੱਸਣ ਲੱਗੇ ਕਿ ਸੂਹੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸੱਤਵੇਂ ਘਰ ਸੁਰਤਾਲ ਦੇ ਅੰਦਰ ਉਚਾਰਨ ਕਰਦੇ ਹਨ ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਵਾਹਿਗੁਰੂ ਹੈ। ਇੱਕ ਦਾ ਸਾਧ ਸੰਗਤ ਜੀ ਸੰਪਰਦਾਇ ਅਰਥ ਕਦੇ ਇੱਕ ਨਹੀਂ ਕਰਿਆ ਕਰਦੇ ਕਿ ਪਰਮੇਸ਼ਰ ਇੱਕ ਹੈ। ਜੇ ਪਰਮੇਸ਼ਰ ਇੱਕ ਹੈ ਤਾਂ ਫਿਰ ਇੱਕ ਦਾ ਵਿਰੋਧੀ ਸ਼ਬਦ ਦੋ ਵੀ ਆਉਣਾ ਤੇ ਇੱਕ ਤੋਂ ਪਹਿਲਾਂ ਜ਼ੀਰੋ ਵੀ ਆਉਣੀ ਹੈ। ਫਿਰ ਜ਼ੀਰੋ ਤੇ ਦੂਜਾ ਕੌਣ ਹੋਇਆ? ਇਸ ਕਰਕੇ ਇੱਕ ਦਾ ਅਰਥ ਕਰਦੇ ਹੈ ਅਦਵੈਤ ਸਰੂਪ ਪਰਮੇਸ਼ਰ ਜੋ ਦਵੈਤ ਤੋਂ ਰਹਿਤ ਹੈ, ਦੁਬਦਾ ਤੋਂ ਰਹਿਤ ਹੈ। ਇੱਕ ਫਿਰ ਓੰਕਾਰ ਜੋ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਹੈ ਜਾਂ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਜੋ ਤ੍ਰਈ ਕਾਲ ਅਬਾਦ ਸਰੂਪ ਹੈ। ਗੁਰ ਜੋ ਚੇਤਨ ਸਰੂਪ ਹੈ। ਜਾਂ ਫਿਰ ਗੁਰ ਅਗਿਆਨ ਦੇ ਹਨੇਰੇ ਨੂੰ ਕੱਟ ਕਰਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਜੋ ਗੁਰੂ ਹੈ। ਪ੍ਰਸਾਦ ਜੋ ਆਨੰਦ ਸਰੂਪ ਪਰਮੇਸ਼ਰ ਹੈ। ਜਾਂ ਪ੍ਰਸਾਦ ਜਿਹੜਾ ਪਿੱਛੇ ਤੁਹਾਨੂੰ ਵਾਹਿਗੁਰੂ ਅਕਾਲ ਪੁਰਖ ਦੇ ਲੱਖਣ ਦੱਸੇ ਹੈ, ਇਹ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਐਸਾ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਜੋਗ ਨਾ ਕਿੰਤਾ ਜੋਗ ਨਾ ਡੰਡੈ। ਸਾਧ ਸੰਗਤ ਜੀ ਇਹ ਮੰਤਰ ਦੇ ਤਕਰੀਬਨ ਬਾਹਰਲਾ ਹੀ ਅਰਥ ਹੈ। ਇੱਕ ਓੰਕਾਰ ਦੇ ਅਰਥ ਤਾਂ ਹੋਰ ਵੀ ਬੜੇ ਹਨ, ਪਰ ਸਮਾਂ ਨਾ ਹੋਣ ਕਰਕੇ ਅਸੀਂ ਇਸ ਸ਼ਬਦ ਦੇ ਵੀ ਜਿਹੜੇ ਬਾਹਰਲੇ ਅਰਥ ਹੀ ਸਰਵਣ ਕਰਨੇ ਐ। ਅੰਤਰੀਵ ਅਰਥ ਵੀ ਇਸ ਸ਼ਬਦ ਦੇ ਹਨ। ਮਹਾਰਾਜ ਜੀ ਕਿਰਪਾ ਕਰਨ, ਜਿੰਨੇ ਕੁ ਹੋ ਸਕੇ ਸਤਿਗੁਰੂ ਜੀ ਆਪ ਕਰਵਾਉਣ। ਤਾਂ ਗਰੀਬ ਨਵਾਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਆਖਿਆ ਜੋਗ ਨਾ ਖਿੰਥਾ ਜੋਗ ਨਾ ਡੰਡੈ। ਖਿੰਥਾ ਜਿਹੜੀ ਸਾਧ ਸੰਗਤ ਜੀ ਸਿੱਧਾਂ ਨੇ ਝੋਲੀ ਜੀ ਪਾਈ ਹੁੰਦੀ ਆ ਆਪਣੇ ਬਾਹ ਦੇ ਵਿੱਚ, ਉਹਨੂੰ ਖਿੰਥਾ ਕਹਿੰਦੇ ਐ। ਮਹਾਰਾਜ ਜੀ ਕਹਿੰਦੇ ਭਾਈ ਕੱਲੀ ਗੋਦੜੀ ਪਹਿਨਣ ਦੇ ਨਾਲ ਜਾਂ ਖਿੰਥਾ ਪਾਉਣ ਦੇ ਨਾਲ ਹੀ ਕੋਈ ਜੋਗ ਨਹੀਂ ਹੁੰਦਾ। ਜੋਗ ਨਾਮ ਹੈ ਸਾਧ ਸੰਗਤ ਜੀ ਜੁੜਨ ਦਾ। ਜੋਗ ਨਾਮ ਹੈ ਜਿਹੜੇ ਸਿੱਧ ਜੋਗ ਕਮਾਉਂਦੇ ਐ। ਜੋਗ ਜਿਹੜੇ ਇਹ 8 ਅੰਗ ਜੋਗ ਦੇ ਧਾਰਨ ਕਰਕੇ ਫਿਰ ਉਹਨਾਂ ਦੇ ਅਨੁਸਾਰ ਆਪਣੀ ਬਿਰਤੀ ਨੂੰ ਜਾਂ ਆਪਣੇ ਮਨ ਨੂੰ 10ਵੇਂ ਦੁਆਰ ਦੇ ਵਿੱਚ ਟਿਕਾਉਂਦੇ ਐ ਤੇ ਉਤੋਂ ਅੰਮ੍ਰਿਤ ਰਸ ਪ੍ਰਾਪਤ ਕਰਦੇ ਐ, ਉਹ ਵੀ ਜੋਗ ਹੈ। ਫਿਰ ਜੋਗ ਨਾਮ ਹੈ ਜੁੜਨ ਦਾ। ਮਹਾਰਾਜ ਜੀ ਕਹਿੰਦੇ ਭਾਈ ਕੱਲੀ ਝੋਲੀ ਪਾ ਕੇ ਖਿੰਥਾ ਧਾਰਨ ਕਰਕੇ ਗੋਦੜੀ ਪਹਿਨ ਕਰਕੇ ਜੋਗ ਨਹੀਂ ਜੁੜਨਾ ਨਹੀਂ ਹੁੰਦਾ। ਜੋਗ ਨਾ ਡੰਡਾ। ਫਿਰ ਇਹਨਾਂ ਨੇ ਡੰਡਾ ਹੱਥ ਦੇ ਵਿੱਚ ਫੜਿਆ ਹੁੰਦਾ ਸਿੱਧਾਂ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਕੱਲਾ ਡੰਡਾ ਫੜਨ ਦੇ ਨਾਲ ਵੀ ਜੋਗ ਜੁੜਨਾ ਨਹੀਂ ਹੁੰਦਾ। ਜੋਗ ਨਾ ਭਸਮ ਚੜਾਈਐ। ਕੱਲੀ ਭਸਮ ਸਵਾ ਸਰੀਰ ਨੂੰ ਮਲਣ ਦੇ ਨਾਲ ਹੀ, ਸਵਾ ਸਰੀਰ ਨੂੰ ਚੜਾਉਣ ਦੇ ਨਾਲ ਹੀ ਭਾਈ ਜੁੜਨਾ ਨਹੀਂ ਹੁੰਦਾ। ਸਾਧ ਸੰਗਤ ਜੀ ਕੱਲਾ ਪਹਿਰਾਵਾ ਪਹਿਨਣ ਦੇ ਨਾਲ ਹੀ ਪਰਮੇਸ਼ਰ ਦੇ ਨਾਲ ਜੁੜਨਾ ਨਹੀਂ ਹੋ ਜਾਂਦਾ। ਮਹਾਰਾਜ ਜੀ ਦਾ ਬਾਣਾ ਪਹਿਨਣ ਦੇ ਨਾਲ ਹੀ, ਕਕਾਰ ਪਹਿਨਣ ਦੇ ਨਾਲ ਹੀ ਕੱਲਾ ਗੁਰੂ ਦੇ ਨਾਲ ਨਹੀਂ ਜੁੜਨਾ ਹੋ ਜਾਂਦਾ। ਜੋ ਅੰਤਰ ਆਤਮਾ ਤੋਂ ਜੁੜਿਆ ਆ ਉਹਨੂੰ ਸਾਧ ਸੰਗਤ ਜੀ ਜੁੜਿਆ ਕਿਹਾ ਜਾਂਦਾ। ਜਿਵੇਂ ਬਚਨ ਆਉਂਦੇ ਆ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ। ਬਾਣੀ ਵੀ ਨਾਲ ਜ਼ਰੂਰੀ ਹੈ ਤੇ ਬਾਣਾ ਵੀ ਨਾਲ ਜ਼ਰੂਰੀ ਹੈ। ਜੇ ਕੱਲਾ ਬਾਣਾ ਆ ਬਾਣੀ ਨਹੀਂ ਫਿਰ ਵੀ ਸਾਧ ਸੰਗਤ ਜੀ ਨਹੀਂ ਪਰਮੇਸ਼ਰ ਦੇ ਨਾਲ ਜੁੜਿਆ ਜਾ ਸਕਦਾ। ਪੰਛੀ ਹਮੇਸ਼ਾ ਦੋ ਖੰਭਾਂ ਦੇ ਨਾਲ ਉੱਡਦਾ ਤੇ ਗੁਰੂ ਕੇ ਸਿੱਖ ਦੇ ਕਹਿੰਦੇ ਖੰਭ ਆ ਬਾਣੀ ਬਾਣਾ ਪੰਖ ਪਛਾਨੋ।
ਸਿੰਘ ਗੁਰੂ ਕਾ ਪੰਛੀ ਜਾਨੂ। ਗੁਰੂ ਦਾ ਸਿੰਘ ਫਿਰ ਸਾਧ ਸੰਗਤ ਜੀ ਅਸਲ ਪੰਛੀ, ਅਸਲ ਪਰਮੇਸ਼ਰ ਦਾ ਜਗਿਆਸੂ ਜਾਣਿਆ ਜਾਂਦਾ। ਬਾਹਰ ਬਾਣਾ ਹੋਵੇ ਤੇ ਅੰਦਰ ਬਾਣੀ ਹੋਵੇ ਤਾਂ ਜਾ ਕੇ ਸਾਧ ਸੰਗਤ ਜੀ ਗੁਰੂ ਤੱਕ ਪਹੁੰਚਿਆ ਜਾਂਦਾ। ਨਹੀਂ ਤਾਂ ਭੇਖ ਦਿਖਾਏ ਜਗਤ ਕੋ ਲੋਗਨ ਕੋ, ਬਸ ਕੀਨ ਵਾਲੀ ਗੱਲ ਆ ਵੀ ਭੇਖ ਦਿਖਾਇਆ ਹੈ ਲੋਕਾਂ ਨੂੰ ਤੇ ਵਸ ਕਰਨ ਵਾਸਤੇ, ਬਾਣਾ ਪਹਿਨਿਆ ਹੈ ਗੁਰੂ ਕਾ ਲੋਕਾਂ ਨੂੰ ਵਸ ਕਰਨ ਵਾਸਤੇ। ਮਹਾਰਾਜ ਜੀ ਕਹਿੰਦੇ ਅੰਤ ਕਾਲ ਕਾਤੀ ਕਟਿਓ ਨਰਕ ਬਾਸ ਮੋਲੀਨ। ਸਾਧ ਸੰਗਤ ਜੀ ਮੁੜ ਕੇ ਨਰਕਾਂ ਦੇ ਵਿੱਚ ਪੈਣਾ ਪੈਂਦਾ ਆ। ਜੋ ਮਹਾਰਾਜ ਜੀ ਕਹਿੰਦੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ। ਸਤਿਗੁਰੂ ਗਰੀਬ ਨਵਾਜ ਜੀ ਕਹਿੰਦੇ ਭਾਈ ਬਾਹਰੋਂ ਤਾਂ ਚਿੱਟੇ ਕੱਪੜੇ ਪਹਿਨਦੇ ਆ ਪਰ ਚਿੱਤ ਤਾਂ ਹਜੇ ਮੈਲੇ ਹੀ ਹੈ ਨਾ। ਚਿੱਤ ਤਾਂ ਨਹੀਂ ਚਿੱਟਾ ਹੋਇਆ, ਚਿੱਤ ਤਾਂ ਨਹੀਂ ਮੈਲ ਤੋਂ ਰਹਿਤ ਹੋਇਆ। ਤਾਂ ਸਤਿਗੁਰੂ ਜੀ ਇਹ ਸਾਧ ਸੰਗਤ ਜੀ ਅੰਤਰੀਵੀ ਉਪਦੇਸ਼ ਵੀ ਆਪਣੇ ਸਿੱਖਾਂ ਨੂੰ ਦੇ ਰਹੇ ਆ। ਜਿਵੇਂ ਸਿੱਧਾਂ ਨੂੰ ਸਮਝਾਉਂਦੇ ਆ ਉਵੇਂ ਗੁਰਸਿੱਖਾਂ ਤਾਈਂ ਵੀ ਦੱਸਦੇ ਆ ਵੀ ਕੱਲਾ ਬਾਣਾ ਪਹਿਨ ਕਰਕੇ, ਲਿਬਾਸ ਪਹਿਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਉਹਦੇ ਨਾਲ ਜੁੜਨਾ ਨਹੀਂ ਹੁੰਦਾ। ਕੱਲੀਆਂ ਦਸਤਾਰਾਂ ਚੜਾ ਕਰਕੇ, ਕੱਲੇ ਦਮਾਲੇ ਚੜਾ ਕੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਤਾਂ ਬਾਹਰੋਂ ਸਿੱਖੀ ਦਾ ਇੱਕ ਪ੍ਰਚਾਰ ਹੈ। ਤਾਂ ਬਾਹਰੋਂ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਇੱਕ ਦਿੱਖ ਦਿੱਤੀ ਹੈ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਅਸਲ ਖਾਲਸੇ ਸਾਧ ਸੰਗਤ ਜੀਓ ਜਿਨ੍ਹਾਂ ਨੇ ਪ੍ਰੇਮਾ ਭਗਤੀ ਜਾਣੀ ਹੈ, ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਜਾਣਿਆ ਹੈ, ਬਾਣੀ ਹਿਰਦੇ ਵਿੱਚ ਵਸਾਈ ਹੈ, ਉਹ ਸਾਧ ਸੰਗਤ ਜੀ ਅਸਲ ਖਾਲਸਾ ਆ। ਖਾਲਸੇ ਦਾ ਅਰਥ ਹੀ ਸਾਧ ਸੰਗਤ ਜੀ ਸ਼ੁੱਧ ਆ। ਖਾਲਸ ਦਾ ਅਰਥ ਹੈ ਸ਼ੁੱਧ। ਤੇ ਜਿਹੜੀ ਚੀਜ਼ ਸ਼ੁੱਧ ਹੋਵੇ ਸਾਧ ਸੰਗਤ ਜੀ ਉਹ ਅੰਦਰੋਂ ਵੀ ਸ਼ੁੱਧ ਤੇ ਬਾਹਰੋਂ ਵੀ ਸ਼ੁੱਧ, ਫਿਰ ਉਹਨੂੰ ਪੂਰੀ ਸ਼ੁੱਧ ਕਿਹਾ ਜਾ ਸਕਦਾ ਹੈ ਨਾ। ਬਾਹਰੋਂ ਤਾਂ ਸ਼ੁੱਧ ਹੋ ਲੈ ਨਹਾ ਧੋ ਕੇ, ਬਾਹਰੋਂ ਤਾਂ ਸੋਹਣੇ ਕੱਪੜੇ ਪਹਿਨ ਕੇ ਸ਼ੁੱਧ ਹੋ ਲਈਦਾ ਆ, ਸਰੀਰ ਨੂੰ ਸ਼ੁੱਧ ਕਰ ਲਈਦਾ ਆ। ਬਾਹਰੋਂ ਤਾਂ ਮੈਲ ਲਾ ਲਈਦੀ ਆ ਸਾਬਣ ਆਦਿਕ ਦੇ ਨਾਲ, ਪਰ ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਮੱਤ ਹੈ ਨਾ, ਇਹ ਤਾਂ ਨਾਮ ਦੇ ਰੰਗ ਨਾਲ ਹੀ ਧੋਤੀ ਜਾਣੀ ਹੈ, ਨਾਮ ਜਪਣ ਦੇ ਨਾਲ ਹੀ ਧੋਤੀ ਜਾਣੀ ਹੈ, ਇਹ ਨਹੀਂ ਏਦਾਂ ਧੋਤੀ ਜਾਣੀ। ਮੱਤ ਨੂੰ ਤਾਂ ਨਹੀਂ ਸਾਬਣ ਲਾ ਕੇ ਧੋ ਸਕਦੇ ਸਾਧ ਸੰਗਤ ਜੀ। ਇਸ ਕਰਕੇ ਮੱਤ ਦੀ ਮੈਲ ਜਿਹੜੀ ਮਹਾਰਾਜ ਜੀ ਕਹਿੰਦੇ ਨਾਮ ਦੇ ਨਾਲ ਧੋਤੀ ਜਾਣੀ ਹੈ। ਤੋ ਗਰੀਬ ਨਵਾਜ ਜੀ ਸਿੱਧਾਂ ਦੇ ਤਾਈਂ ਕਹਿ ਰਹੇ ਭਾਈ ਕੱਲੀ ਸੁਆਹ ਮਲ ਕੇ ਪਰਮੇਸ਼ਰ ਦੇ ਨਾਲ ਜੁੜਨਾ ਨਹੀਂ ਹੁੰਦਾ। ਜੋਗ ਨਾ ਮੁੰਦੀ ਮੂੰਡ ਮੁੰਡਾਇਐ। ਫਿਰ ਸਾਧ ਸੰਗਤ ਜੀ ਇਹ ਸਿੱਧ ਜਿਹੜਾ ਇਹਨਾਂ ਦਾ ਗੋਰਖ ਸੀ ਨਾ, ਗੋਰਖਨਾਥ ਸਭ ਤੋਂ ਵੱਡਾ ਸਿੱਧ ਇਹਨਾਂ ਦਾ ਗੁਰੂ, ਜੇ ਉਹਨੇ ਕੋਈ ਉਹਦੀ ਮੰਡਲੀ ਦੇ ਵਿੱਚ ਕੋਈ ਨਵਾਂ ਵਿਅਕਤੀ ਆਵੇ, ਸਾਧ ਸੰਗਤ ਜੀ ਪਹਿਲਾਂ ਉਹਦਾ ਮੁੰਡਨ ਕਰਿਆ ਕਰਦੇ। ਮੁੰਡਨ ਕਰਕੇ ਫਿਰ ਉਹਦੇ ਮੁੰਦਰਾ ਪਾਉਂਦੇ ਕੰਨ ਦੇ ਵਿੱਚ, ਕਹਿੰਦੇ ਭਾਈ ਤਾਂ ਤੂੰ ਸਾਡੀ ਮੰਡਲੀ 'ਚ ਸ਼ਾਮਲ ਹੋ ਸਕਦਾ ਆ। ਤਾਂ ਗਰੀਬ ਨਵਾਜ ਜੀ ਕਹਿੰਦੇ ਭਾਈ ਕੱਲਾ ਮੁੰਡਨ ਕਰਕੇ ਹੀ ਜਾਂ ਮੁੰਦਰਾ ਪਾ ਕੇ ਪਰਮੇਸ਼ਰ ਦੇ ਨਾਲ ਜੁੜਨਾ ਨਹੀਂ ਹੁੰਦਾ। ਜੋਗ ਨਾ ਸਿੰਘੀ ਵਾਈਐ। ਇਹਨਾਂ ਦੇ ਹੱਥ ਵਿੱਚ ਸਾਧ ਸੰਗਤ ਜੀ ਇੱਕ ਸਿੰਘ ਹੁੰਦਾ ਆ, ਉਹਨੂੰ ਸਿੰਘੀ ਕਹਿੰਦੇ ਆ। ਫਿਰ ਇਹ ਉਹਨੂੰ ਵਜਾਉਂਦੇ ਆ, ਉਹਦੇ ਵਿੱਚੋਂ ਆਵਾਜ਼ਾਂ ਕੱਢਦੇ ਆ। ਮਹਾਰਾਜ ਜੀ ਕਹਿੰਦੇ ਭਾਈ ਕੱਲਾ ਸਿੰਘੀ ਵਜਾਉਣ ਦੇ ਨਾਲ ਹੀ ਪਰਮੇਸ਼ਰ ਦੇ ਨਾਲ ਜੁੜਨਾ ਨਹੀਂ ਹੁੰਦਾ। ਅੰਜਨ ਮਾਹੇ ਨਿਰੰਜਨ ਰਹੀਐ। ਸਿੱਧਾਂ ਨੇ ਪ੍ਰਸ਼ਨ ਕੀਤਾ ਮਹਾਰਾਜ ਜੀ ਫਿਰ ਕਿਦਾਂ ਪਰਮੇਸ਼ਰ ਦੇ ਨਾਲ ਜੁੜਨਾ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਅੰਜਨ ਮਾਹੇ ਨਿਰੰਜਨ ਰਹੀਐ। ਅੰਜਨ ਨਾਮ ਹੈ ਸਾਧ ਸੰਗਤ ਜੀ ਕਾਲਖ ਦਾ। ਕਾਲਖ ਕਿਹੜੀ ਹੈ? ਜੋ ਮਾਇਆ ਦੀ ਕਾਲਖ ਲੱਗਣੀ ਹੈ। ਮਹਾਰਾਜ ਜੀ ਕਹਿੰਦੇ ਅੰਜਨ ਭਾਈ ਜੋ ਮਾਇਆ ਦੀ ਕਾਲਖ ਹੈ, ਮਾਹੇ ਉਹਦੇ ਵਿੱਚ ਰਹਿੰਦਿਆਂ ਨਿਰੰਜਨ ਰਹੀਐ। ਨਿਰਅੰਜਨ ਭਾਵ ਮਾਇਆ ਦੀ ਕਾਲਖ ਤੋਂ ਰਹਿਤ ਰਹਿਣਾ ਕਰੀਏ। ਜੋਗ ਜੁਗਤ ਇਵ ਪਾਈਐ। ਫਿਰ ਸਤਿਗੁਰੂ ਜੀ ਕਹਿੰਦੇ ਜਿਹੜੀ ਜੋਗ ਜੁੜਨ ਦੀ ਜੁਗਤੀ ਹੈ ਇਵ ਇਸ ਪ੍ਰਕਾਰ ਪਾਈ ਜਾਂਦੀ ਹੈ। ਗੱਲੀ ਜੋਗ ਨ ਹੋਈ। ਗਰੀਬ ਨਵਾਜ ਜੀ ਕਹਿੰਦੇ ਕੱਲਾ ਭਾਈ ਗੱਲਾਂ ਮਾਰਨ ਦੇ ਨਾਲ ਹੀ, ਗਪੋਣਾ ਛੱਡਣ ਦੇ ਨਾਲ ਹੀ ਜੋਗ ਪਰਮੇਸ਼ਰ ਨਾਲ ਜੁੜਨਾ ਨਹੀਂ ਹੁੰਦਾ। ਬਾਹਰੋਂ ਕਹੀ ਜਾਈਏ ਕਿ ਮੈਂ ਪਰਮੇਸ਼ਰ ਦੇ ਨਾਲ ਜੁੜਿਆ, ਮੈਂ ਬੜੀ ਬਾਣੀ ਪੜ੍ਹਦਾ, ਬੜੀ ਭਗਤੀ ਕਰਦਾ, ਬੜੀ ਸੇਵਾ ਸਿਮਰਨ ਕਰਦਾ। ਮਹਾਰਾਜ ਜੀ ਕਹਿੰਦੇ ਨਹੀਂ ਭਾਈ ਗੱਲਾਂ ਦੇ ਨਾਲ ਨਹੀਂ। ਗੁਰੂ ਘਰ ਦੇ ਵਿੱਚ ਕਹਿਣੀ ਪ੍ਰਧਾਨ ਨਹੀਂ, ਗੁਰੂ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ।
ਕਰਨੀ ਵੱਡੀ ਹੈ, ਜਿਹਦੇ ਕੋਲ ਕਰਨੀ ਹੈ ਉਹ ਸਾਧ ਸੰਗਤ ਜੀ ਸਾਰਿਆਂ ਤੋਂ ਵੱਡਾ ਆ। ਕਈ ਜਾਣ ਵਾਲਾ ਕਹਿਣ ਵਾਲਾ ਕੱਲਾ ਵੱਡਾ ਨਹੀਂ। ਅੱਜ ਮੈਂ ਇੱਥੇ ਮੈਕ ਦੇ ਵਿੱਚ ਬੋਲ ਕੇ ਚਲੇ ਜਾਵਾਂ, ਕਹਿ ਕੇ ਚਲੇ ਜਾਵਾਂ ਵੀ ਮੈਂ ਪਰਮੇਸ਼ਰ ਦੇ ਨਾਲ ਜੁੜਿਆ, ਮੈਂ ਆਹ ਕਰਦਾ, ਮੈਂ ਉਹ ਕਰਦਾ, ਮੈਂ ਇੰਨੀ ਬੰਦਗੀ ਕਰਦਾ। ਸਾਧ ਸੰਗਤ ਜੀ ਗੱਲਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਗੱਲਾਂ ਦੇ ਨਾਲ ਨਹੀਂ ਦੱਸਿਆ ਜਾ ਸਕਦਾ ਕਿ ਮੈਂ ਗੁਰੂ ਦੇ ਨਾਲ ਜੁੜਿਆ ਹਾਂ। ਜਿਹੜਾ ਗੁਰੂ ਦੇ ਨਾਲ ਜੁੜਿਆ ਹੋਵੇ ਉਹਦਾ ਤਾਂ ਸਾਧ ਸੰਗਤ ਜੀ ਐਵੇਂ ਹੀ ਪਤਾ ਲੱਗ ਜਾਂਦਾ ਆ। ਉਹਦਾ ਪ੍ਰਭਾਵ ਹੀ ਇੰਨਾ ਹੁੰਦਾ ਮੁਖ ਤੇ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ, ਜਿਨ੍ਹਾਂ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ। ਜਿਹਨੇ ਪਰਮੇਸ਼ਰ ਨੂੰ ਸਾਧ ਸੰਗਤ ਜੀ ਧਿਆਇਆ, ਉਹਨੇ ਪਰਮੇਸ਼ਰ ਦਾ ਪ੍ਰਤਾਪ ਜਿਹੜਾ ਉਹਦੇ ਮੁਖ ਤੇ ਜਾਗ ਉੱਠਦਾ ਆ। ਅੱਜ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਬਰਸੀ ਹੈ। ਸਾਧ ਸੰਗਤ ਜੀ ਬਾਬਾ ਠਾਕੁਰ ਸਿੰਘ ਜੀ ਸਾਰੀ ਉਮਰ ਕਦੇ ਮੈਕ ਦੇ ਵਿੱਚ ਨਹੀਂ ਬੋਲੇ। ਸਾਰੀ ਉਮਰ ਕਦੇ ਉਹਨਾਂ ਨੇ ਕਥਾ ਨਹੀਂ ਕੀਤੀ ਮੈਕ ਦੇ ਵਿੱਚ। ਹਾਂ, ਪੜ੍ਹੇ ਜ਼ਰੂਰ ਸੀ ਵੱਡੇ ਮਹਾਂਪੁਰਖਾਂ ਦੇ ਕੋਲੋਂ, ਸਾਰੇ ਗ੍ਰੰਥ ਪੜ੍ਹੇ ਸੀ, ਸਾਰੀ ਵਿਦਿਆ ਪੜ੍ਹੀ ਹੋਈ ਸੀ, ਪਰ ਕਦੇ ਸਾਧ ਸੰਗਤ ਜੀ ਮੈਕ ਦੇ ਵਿੱਚ ਕੋਈ ਬਚਨ ਨਹੀਂ ਕਰਿਆ ਕਰਦੇ। ਜਦੋਂ ਬਾਹਰਲੇ ਦੇਸ਼ਾਂ ਵਿੱਚ ਜਾਂਦੇ, ਬਹੁਤਾ ਸੰਗਤ ਦੇ ਜ਼ੋਰ ਪਾਉਣ ਦੇ ਨਾਲ ਬਸ ਫਤਿਹ ਮੈਕ ਦੇ ਵਿੱਚ ਬੁਲਾ ਦਿਆ ਕਰਦੇ। ਸਾਧ ਸੰਗਤ ਜੀ ਫਤਿਹ ਹੀ ਐਦਾਂ ਦੀ ਬੁਲਾਉਂਦੀ ਸਨ ਮੈਕ ਦੇ ਵਿੱਚ। ਜਦੋਂ ਇੱਕ ਵਾਰੀ ਫਤਿਹ ਬੁਲਾ ਦਿੰਦੇ ਸਨ, ਕਿੰਨੇ ਕਿੰਨੇ ਸਿੱਖ ਨੌਜਵਾਨ ਉਹਨਾਂ ਦੀ ਫਤਿਹ ਸੁਣ ਕੇ ਸਾਧ ਸੰਗਤ ਜੀ ਅੰਮ੍ਰਿਤ ਛਕ ਲੈਂਦੇ। ਕਿੰਨੇ ਕਿੰਨੇ ਪਰਿਵਾਰ ਸਾਧ ਸੰਗਤ ਜੀ ਅੰਮ੍ਰਿਤ ਛਕ ਲੈਂਦੇ, ਉਹਨਾਂ ਦੇ ਵੇਖਣ ਦੇ ਨਾਲ ਹੀ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ। ਇਹ ਹੈ ਪਰਮੇਸ਼ਰ ਦੀ ਬੰਦਗੀ। ਇਹ ਹੈ ਸਾਧ ਸੰਗਤ ਜੀ ਜਿਹੜੇ ਵਾਹਿਗੁਰੂ ਦੇ ਨਾਲ ਪਿਆਰੇ ਜੁੜੇ ਹੋਣ ਨਾ, ਉਹਨਾਂ ਦੇ ਕੋਲੋਂ ਲੰਘਦਿਆਂ ਉਹਨਾਂ ਦੀ ਸੰਗਤ ਕਰਨ ਦੇ ਨਾਲ ਹੀ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਮਨ ਦੇ ਵਿੱਚ ਚਾਅ ਪੈਦਾ ਹੋ ਜਾਂਦਾ ਕਿ ਅਸੀਂ ਵੀ ਭਗਤੀ ਕਰੀਏ, ਅਸੀਂ ਵੀ ਬੰਦਗੀ ਕਰੀਏ, ਅਸੀਂ ਵੀ ਨਾਮ ਛਕੀਏ, ਅਸੀਂ ਵੀ ਨਾਮ ਜਪੀਏ, ਅਸੀਂ ਵੀ ਅੰਮ੍ਰਿਤ ਛਕੀਏ। ਉਹ ਮਨ ਦੇ ਵਿੱਚ ਚਾਅ ਸਾਧ ਸੰਗਤ ਜੀ ਉੱਠ ਪੈਂਦਾ ਆ। ਪਰ ਹੋਵੇ ਕੋਈ ਬੰਦਗੀ ਵਾਲੀ ਰੂਹ, ਹੋਵੇ ਕੋਈ ਕਮਾਈ ਵਾਲੀ ਰੂਹ, ਉਹਦੇ ਲਾਗੇ ਵੀ ਰਹੀਏ ਨਾ, ਉਹਦੀ ਸੰਗਤ ਦੇ ਵਿੱਚ ਆਪਣੇ ਆਪ ਸਾਧ ਸੰਗਤ ਜੀ ਨਾਮ ਜਪਣ ਨੂੰ ਮਨ ਕਰਦਾ ਆ। ਤੋ ਇਵੇਂ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ, ਭਾਈ ਗੱਲਾਂ ਦੇ ਨਾਲ ਜੋਗ ਨਾ ਹੋਈ, ਗੱਲੀ ਜੋਗ ਨਾ ਹੋਈ। ਗੱਲਾਂ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਨਾ ਨਹੀਂ ਹੁੰਦਾ। ਏਕ ਦ੍ਰਿਸ਼ਟ ਘਰ ਸੰਸਰ ਜਾਣੈ। ਇੱਕ ਦ੍ਰਿਸ਼ਟ ਸਾਧ ਸੰਗਤ ਜੀ, ਦ੍ਰਿਸ਼ਟ ਨਾਮ ਹੈ ਨਿਗਾਹ ਦਾ। ਇੱਕ ਨਿਗਾਹ ਕਰਕੇ ਸਾਰਿਆਂ ਨੂੰ ਜਾਣਨਾ। ਜਿਵੇਂ ਪਰਮੇਸ਼ਰ ਇੱਕ ਨਿਗਾਹ ਦੇ ਵਿੱਚ ਸਾਰਿਆਂ ਨੂੰ ਵੇਖਦਾ, ਕਿਸੇ ਦੇ ਨਾਲ ਫਰਕ ਨਹੀਂ ਕਰਦਾ। ਜੇ ਵਾਹਿਗੁਰੂ ਪਰਮੇਸ਼ਰ ਮੀਂਹ ਪਾਉਂਦਾ ਹੈ, ਇਹ ਨਹੀਂ ਕਿ ਅਮੀਰ ਦੇ ਖੇਤ ਵਿੱਚ ਜ਼ਿਆਦੇ ਪਾਤਾ, ਗਰੀਬ ਦੇ ਖੇਤ ਵਿੱਚ ਪਾਇਆ ਹੀ ਨਹੀਂ। ਉਹ ਸਾਰਿਆਂ ਨੂੰ ਸਾਧ ਸੰਗਤ ਜੀ ਇੱਕ ਬਰਾਬਰ ਮੀਂਹ ਪਾਉਂਦਾ ਆ, ਸਾਰਿਆਂ ਨੂੰ ਇੱਕ ਬਰਾਬਰ ਦਾਨ ਦਿੰਦਾ ਆ, ਸਾਰਿਆਂ ਨੂੰ ਇੱਕ ਬਰਾਬਰ ਰੋਜੀ ਰੋਟੀ ਦਿੰਦਾ, ਕਿਸੇ ਦੇ ਨਾਲ ਕੋਈ ਫਰਕ ਨਹੀਂ ਕਰਦਾ। ਤੋ ਗਰੀਬ ਨਵਾਜ ਜੀ ਕਹਿੰਦੇ, ਏਕ ਦ੍ਰਿਸ਼ਟ ਕਰ ਸੰਸਰ ਜਾਣੈ। ਭਾਈ ਜਿਹੜਾ ਮਨੁੱਖ ਇੱਕ ਦ੍ਰਿਸ਼ਟ ਦੇ ਨਾਲ, ਇਹ ਸਿਧਾਂਤ ਆਪਣੇ ਮਨ ਦੇ ਵਿੱਚ ਉਹਨੇ ਧਾਰਨ ਕੀਤਾ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋਈ ਮੰਦੇ। ਇਸ ਪੰਕਤੀ ਨੂੰ ਜਿਨ੍ਹਾਂ ਨੇ ਧਾਰਨ ਕੀਤਾ ਕਿ ਸੰਸਾਰ ਪਰਮੇਸ਼ਰ ਦਾ ਰਚਿਆ ਹੋਇਆ, ਪਰਮੇਸ਼ਰ ਸਾਰਿਆਂ ਦੇ ਵਿੱਚ ਵਸਦਾ, ਇੱਕ ਨਿਗਾਹ ਕਰਕੇ ਸਾਰਿਆਂ ਨੂੰ ਜਾਣਦੇ ਆ ਨਾ, ਹਿਰਦੇ ਵਿੱਚ ਵੈਰ ਭਾਵ ਨਹੀਂ ਹੈ ਕਿਸੇ ਵਾਸਤੇ, ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਖਦੇ ਆ। ਤਾਂ ਮਹਾਰਾਜ ਜੀ ਅੱਗੇ ਦੱਸਦੇ ਆ, ਜੋਗੀ ਕਹੀਐ ਸੋਈ। ਉਹ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਕਿਹਾ ਜਾਂਦਾ ਆ। ਜਿਹੜੇ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੇ ਭਗਤ ਵਾਹਿਗੁਰੂ ਦੇ ਨਾਲ ਜੁੜੇ ਆ ਨਾ, ਉਹਨਾਂ ਦੀ ਸਾਧ ਸੰਗਤ ਜੀ ਦ੍ਰਿਸ਼ਟੀ ਇਸ ਪ੍ਰਕਾਰ ਦੀ ਹੈ ਕਿ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਖਦੇ ਆ, ਕਿਸੇ ਦੇ ਵਿੱਚ ਕੋਈ ਫਰਕ ਨਹੀਂ ਕਰਦੇ। ਕੋਈ ਉੱਚਾ ਆ ਜੇ, ਨੀਵਾਂ ਆ ਜੇ, ਸਾਰਿਆਂ ਨੂੰ ਸਾਧ ਸੰਗਤ ਜੀ ਸਤਿਕਾਰ ਦਿੰਦੇ ਆ। ਮਹਾਰਾਜ ਜੀ ਕਹਿੰਦੇ, ਭਾਈ ਜਿਹੜਾ ਪਰਮੇਸ਼ਰ ਦੀ ਸ਼ਕਤੀ ਨੂੰ ਲੈ ਕਰਕੇ, ਚੇਤਨ ਸੱਤਾ ਨੂੰ ਲੈ ਕਰਕੇ ਸਾਰਿਆਂ ਦੇ ਵਿੱਚ ਇਹੀ ਦੇਖਦਾ ਕਿ ਉਸ ਪਰਮੇਸ਼ਰ ਦੀ ਚੇਤਨ ਸੱਤਾ ਆ, ਸਾਰਿਆਂ ਦੇ ਵਿੱਚ ਉਹਦੀ ਜੋਤ ਪ੍ਰਕਾਸ਼ ਰਹੀ ਹੈ, ਜੋਗੀ ਕਹੀ ਹੈ ਸੋਈ। ਉਹ ਮਹਾਰਾਜ ਜੀ ਕਹਿੰਦੇ ਜੁੜਿਆ ਹੋਇਆ ਕਿਹਾ ਜਾਂਦਾ। ਰਹਾਉ ਵਿਸ਼ਰਾਮ ਦੀ ਬਖਸ਼ਿਸ਼ ਕਰਕੇ ਸਤਿਗੁਰੂ ਅੱਗੇ ਫਰਮਾਨ ਕਰਦੇ ਆ, ਜੋਗ ਨਾ ਬਾਹਰ ਮੜੀ ਮਸਾਣੀ। ਮਹਾਰਾਜ ਜੀ ਕਹਿੰਦੇ, ਭਾਈ ਜੋਗ ਨਾ ਬਾਹਰ, ਬਾਹਰ ਜੰਗਲਾਂ ਦੇ ਵਿੱਚ ਜਾ ਕੇ ਇਹ ਸਿੱਧੋ ਜੁੜਨਾ ਨਹੀਂ ਹੁੰਦਾ। ਕੱਲਾ ਜੰਗਲਾਂ ਦੇ ਵਿੱਚ ਜਾ ਕੇ ਤੁਸੀਂ ਸਮਾਧੀਆਂ ਲਾ ਕੇ ਬੈਠੇ ਰਹਿੰਦੇ ਹੋ, ਸਮੇਰ ਪਰਬਤ ਤੇ ਚੜ੍ਹ ਕੇ,
ਇਹਦੇ ਨਾਲ ਇਕੱਲਾ ਜੁੜਨਾ ਨਹੀਂ ਹੁੰਦਾ ਪਰਮੇਸ਼ਰ ਦੇ ਨਾਲ। ਜੋਗ ਨਾ ਮੜੀ ਮਸਾਣੀ, ਜੋਗ ਨਾ ਬਾਹਰ ਮੜੀ ਮਸਾਣੀ। ਫਿਰ ਜਿਹੜੀਆਂ ਮੜੀਆਂ ਮਸਾਣਾ ਆ ਪੱਥਰਾਂ ਦੇ ਨਾਲ ਮਿਲ ਕਰਕੇ ਮਹਾਰਾਜ ਜੀ ਕਹਿੰਦੇ ਜੁੜਨਾ ਨਹੀਂ ਹੁੰਦਾ ਭਾਈ। ਕੱਲੇ ਪੱਥਰੇ ਪੂਜੀ ਜਾਣੇ, ਮੜੀਆਂ ਮਸਾਣਾ ਨੂੰ ਪੂਜੀ ਜਾਣਾ, ਜਾਂ ਜਿਹੜੇ ਮੜੀਆਂ ਮਸਾਉਣਾ ਪਜਾਉਂਦੇ ਆ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਗੁਰੂ ਧਾਰਨ ਕਰੀ ਰੱਖਣਾ। ਮਹਾਰਾਜ ਜੀ ਕਹਿੰਦੇ ਨਹੀਂ ਜੁੜਨਾ ਹੁੰਦਾ ਭਾਈ। ਗਰੀਬ ਨਵਾਜ ਜੀ ਕਹਿੰਦੇ ਜੰਗਲਾਂ ਦੇ ਵਿੱਚ ਜਾ ਕੇ ਜੁੜਨਾ ਨਹੀਂ ਹੁੰਦਾ। ਮਨ ਨੂੰ ਤਾਂ ਇਸ ਪ੍ਰਕਾਰ ਦਾ ਉਪਦੇਸ਼ ਦਿਓ ਸਾਧ ਸੰਗਤ ਜੀ, ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ, ਬਨ ਸੇ ਸਦਨ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ। ਸਮਝ ਇਵੇਂ ਮਹਾਰਾਜ ਜੀ ਦੇ ਬਚਨ ਆਉਂਦੇ ਐ ਕਿ ਬਾਣ ਨੂੰ ਹੀ, ਘਰ ਨੂੰ ਹੀ ਸਾਧ ਸੰਗਤ ਜੀ ਜੰਗਲ ਸਮਝ ਕਰਕੇ ਆਪਣੇ ਮਨ ਦੇ ਵਿੱਚ ਸੰਨਿਆਸ ਧਾਰਨ ਕਰਕੇ ਰੱਖੋ। ਬਨ ਸੇ ਸਦਨ ਸਭਨ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਮਨ ਦੇ ਵਿੱਚ ਐਸੀ ਉਦਾਸਤਾ ਹੀ ਧਾਰਨ ਕਰਕੇ ਰੱਖੋ ਕਿ ਘਰ ਨੂੰ ਹੀ ਆਪਣੇ ਨੂੰ ਜੰਗਲ ਸਮਝ ਲਓ। ਇਸੇ ਦੇ ਵਿੱਚ ਰਹਿ ਕੇ ਬੰਦਗੀ ਪਰਮੇਸ਼ਰ ਦੀ ਕਰੋ। ਜੋਗ ਨ ਤਾੜੀ ਲਾਈਐ। ਸਤਿਗੁਰੂ ਜੀ ਕਹਿੰਦੇ ਹੇ ਸਿੱਧੂ ਭਾਈ, ਕੱਲੀ ਸਮਾਧੀ ਲਾ ਕੇ ਤੁਸੀਂ ਦਸਮ ਦੇ ਵਿੱਚ ਸਵਾਸ ਚੜਾ ਲੈਂਦੇ ਹੋ ਤੇ ਇੰਨੀ ਲੰਬੀ ਸਮਾਧੀ ਲਾਉਂਦੇ ਹੋ। ਕੱਲੀ ਸਮਾਧੀ ਚੌਂਕੜੇ ਲਾਉਣ ਦੇ ਨਾਲ ਹੀ ਕਿ ਚੌਂਕੜੇ ਲਾ ਕੇ ਬੈਠੇ ਰਹਿਣਾ, ਇਹਦੇ ਨਾਲ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਜੇ ਚੌਂਕੜਾ ਲਾ ਕੇ ਨਾਮ ਨਹੀਂ ਜਪਿਆ ਤਾਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ। ਜਿਵੇਂ ਸਾਧ ਸੰਗਤ ਜੀ ਬੁੱਧ ਧਰਮ ਵਾਲੇ ਐ, ਇਹਨਾਂ ਦਾ ਸਿਧਾਂਤ ਇਹੀ ਹੈ, ਕਹਿੰਦੇ ਬਸ ਚੌਂਕੜਾ ਲਾ ਕਰਕੇ ਤੇ ਅੱਖਾਂ ਬੰਦ ਕਰਕੇ ਬਹਿ ਜਾਓ, ਨਾ ਕੁਝ ਬੋਲੋ ਨਾ ਕੁਝ ਸੁਣੋ। ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਇਦਾਂ ਨਹੀਂ, ਇਕੱਲੀ ਸਮਾਧੀਆਂ ਲਾ ਕੇ ਪ੍ਰਾਪਤੀ ਨਹੀਂ ਪਰਮੇਸ਼ਰ ਦੀ, ਉਹਦੇ ਨਾਲ ਜੁੜਨਾ ਨਹੀਂ ਹੁੰਦਾ। ਜੋਗ ਨ ਦੇਸ ਦਿਸੰਤਰ ਭਵਿਐ। ਫਿਰ ਕੱਲਾ ਦੇਸ ਦਸਾਂਤਰਾਂ ਦੇ ਵਿੱਚ, ਦਿਸ਼ਾਵਾਂ ਦੇ ਵਿੱਚ ਭਵਿਐ ਘੁੰਮ ਲੈਣਾ, ਦੂਰ ਦੂਰ ਤੱਕ ਜਾਣਾ, ਇਹ ਕਹਿਣਾ ਕਿ ਮੈਂ ਕਦੇ ਘਰ ਵੜਦਾ ਹੀ ਨਹੀਂ, ਮੈਂ ਤਾਂ ਬਾਹਰ ਹੀ ਰਹਿਣਾ ਆ। ਮਹਾਰਾਜ ਜੀ ਕਹਿੰਦੇ ਇਦਾਂ ਵੀ ਨਹੀਂ ਜੁੜਨਾ ਹੁੰਦਾ। ਜੋਗ ਨ ਤੀਰਥ ਨਾਈਐ। ਤੀਰਥਾਂ ਦੇ ਨਹਾ ਕੇ ਵੀ, ਤੀਰਥਾਂ ਤੇ 68 ਤੀਰਥਾਂ ਤੇ ਇਸ਼ਨਾਨ ਕਰ ਲੋ ਤਾਂ ਵੀ ਭਾਈ ਨਹੀਂ ਜੁੜਿਆ ਜਾਂਦਾ। ਨਿਰੰਜਨ ਮਾਹੇ ਨਿਰੰਜਨ ਰਹੀਐ। ਮਹਾਰਾਜ ਜੀ ਕਿਵੇਂ ਜੁੜਿਆ ਜਾਂਦਾ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ, ਜੋ ਸੰਸਾਰ ਦੀ ਮਾਇਆ ਆ ਕਾਲਖ ਰੂਪ, ਇਹ ਤੋਂ ਰਹਿਤ ਹੋ ਕਰਕੇ, ਇਸ ਮਾਇਆ ਤੋਂ ਰਹਿਤ ਹੋ ਕਰਕੇ ਫਿਰ ਪਰਮੇਸ਼ਰ ਦੇ ਨਾਲ ਜੁੜਿਆ ਜਾਂਦਾ ਆ। ਜਿਵੇਂ ਚਿੱਕੜ ਦੇ ਵਿੱਚ ਕਮਲ ਨਿਰਲੇਪ ਹੁੰਦਾ ਨਾ, ਕਦੇ ਸਾਧ ਸੰਗਤ ਜੀ ਧਿਆਨ ਦੇ ਨਾਲ ਵੇਖਿਓ, ਕਮਲ ਪੈਦਾ ਵੀ ਚਿੱਕੜ ਦੇ ਵਿੱਚ ਹੁੰਦਾ, ਕਮਲ ਦਾ ਫੁੱਲ, ਤੇ ਉਹਦੀਆਂ ਥੱਲੇ ਵਾਲੀਆਂ ਪੰਖੜੀਆਂ ਨੂੰ ਵੀ ਕਦੇ ਚਿੱਕੜ ਛੂਹ ਨਹੀਂ ਪਾਉਂਦਾ। ਭਾਵ ਚਿੱਕੜ ਤੋਂ ਨਿਰਲੇਪ ਰਹਿੰਦਾ ਆ ਕਮਲ। ਜਾਂ ਫਿਰ ਸਾਧ ਸੰਗਤ ਜੀ ਉਦਾਹਰਨ ਲੈ ਲਈਏ, ਜਿਵੇਂ ਭਰੀ ਹੋਈ ਬੇੜੀ ਕਿਸੇ ਦਰਿਆ ਦੇ ਵਿੱਚ ਪਾਰ ਜਾਂਦੀ ਹੋਵੇ ਨਾ, ਤਾਂ ਕਿਤੇ ਧਿਆਨ ਦੇ ਨਾਲ ਵੇਖਿਓ, ਭਾਵੇਂ ਬੇੜੀ ਦੇ ਵਿੱਚ ਜਿੰਨਾ ਮਰਜ਼ੀ ਭਾਰ ਲੱਦ ਦਿਓ, ਪਰ ਉਹ ਬੇੜੀ ਪਾਣੀ ਤੋਂ 4 ਉਂਗਲਾਂ ਤਾਂ ਰਹਿੰਦੀ ਹੈ, ਹਮੇਸ਼ਾ ਹੀ 4 ਉਂਗਲਾਂ ਉੱਤੇ ਰਹਿੰਦੀ ਹੈ। ਇਵੇਂ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਵਿਚਰੋ, ਗ੍ਰਸਤ ਵੀ ਧਾਰਨ ਕਰੋ, ਸਾਰੇ ਕੰਮ ਕਾਜ ਵੀ ਕਰੋ, ਪਰ ਪਰਮੇਸ਼ਰ ਦੀ ਬੰਦਗੀ ਨੂੰ ਮੁੱਖ ਰੱਖੋ। ਆਪਣੇ ਜਿਹੜੇ ਮਨ ਦੀ ਬਿਰਤੀ ਹੈ ਨਾ, ਜਿਵੇਂ ਨਿਸ਼ਾਨ ਸਾਹਿਬ ਦੀਆਂ ਤਾਰਾਂ ਤਾਂ ਥੱਲੇ ਲੱਗੀਆਂ ਹੁੰਦੀਆਂ, ਪਰ ਨਿਸ਼ਾਨ ਸਾਹਿਬ ਹੈ ਕਿੱਡਾ ਉੱਚਾ। ਸਾਧ ਸੰਗਤ ਜੀ ਇਵੇਂ ਬਿਰਤੀ ਜਿਹੜੀ ਆਪਣੀ ਪਰਮੇਸ਼ਰ ਦੇ ਨਾਲ ਜੋੜ ਕੇ ਰਹੋ ਸੰਸਾਰ ਦੇ ਵਿੱਚ, ਸਾਰੇ ਕੰਮ ਕਾਜ ਵੀ ਕਰੋ, ਮਨ ਦੇ ਵਿੱਚ ਐਸੀ ਉਦਾਸਤਾ ਹੀ ਧਾਰਨ ਕਰਕੇ ਰੱਖੋ, ਪਰਮੇਸ਼ਰ ਦੇ ਨਾਲ ਜੁੜ ਕੇ ਰਹਿਣਾ, ਮਾਇਆ ਦੀ ਕਾਲਖ ਤੋਂ ਨਿਰਲੇਪ ਰਹਿਣਾ, ਇਹੀ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਜੁੜਨਾ ਹੈ। ਜੋਗ ਜੁਗਤ ਇਵ ਪਾਈਐ। ਐਵੇਂ ਭਾਈ ਇਸ ਜੁਗਤੀ ਦੇ ਨਾਲ ਪਰਮੇਸ਼ਰ ਦੇ ਨਾਲ ਜੁੜਨਾ ਪਾਇਆ ਜਾਂਦਾ। ਸਤਿਗੁਰ ਭੇਟੈ ਤਾਂ ਸਹਸਾ ਟੁੱਟੈ। ਫਿਰ ਸਤਿਗੁਰ ਭੇਟੈ ਤਾਂ ਸਹਸਾ ਟੂਟੈ। ਮਹਾਰਾਜ ਜੀ ਕਹਿੰਦੇ ਸਤਿਗੁਰੂ ਮਿਲ ਪੈਣ ਨਾ ਪੂਰੇ, ਭੇਟੈ ਭਾਵ ਮਿਲ ਪੈਣ, ਤਾਂ ਸਹਸਾ ਟੂਟੈ। ਜਿਹੜਾ ਸ਼ੰਕਾ ਹੈ ਨਾ, ਭਰਮ ਹੈ ਮਨ ਦੇ ਵਿੱਚ ਸੰਸਾਰ ਪ੍ਰਤੀ ਕਿ ਸੰਸਾਰ ਸੱਚਾ ਆ ਜਾਂ ਝੂਠਾ, ਇਹ ਮਹਾਰਾਜ ਜੀ ਕਹਿੰਦੇ ਭਰਮਾ ਭਾਈ ਗੁਰੂ ਦੇ ਨਾਲ ਭਰਮ, ਗੁਰੂ ਦੇ ਨਾਲ ਮਿਲਣ ਕਰਕੇ ਭਰਮ, ਇਹ ਸ਼ੰਕਾ ਜਿਹੜਾ ਟੁੱਟ ਜਾਂਦਾ ਹੈ।
ਧਾਵਤ ਵਰਜ ਰਹਾਈਐ। ਜਿਹੜਾ ਦੌੜ ਰਿਹਾ ਮਨ ਹੈ ਇਹਨੂੰ ਸਾਧ ਸੰਗਤ ਜੀ ਭਜਦੇ ਹੋਏ ਨੂੰ ਫਿਰ ਰਹਾਈਐ ਭਾਵ ਟਿਕਾ ਲਈਦਾ ਆ, ਰੋਕ ਲਈਦਾ। ਜਦੋਂ ਗੁਰੂ ਫਿਰ ਉਪਦੇਸ਼ ਸੁਣਾਉਂਦਾ ਨਾ ਸਾਧ ਸੰਗਤ ਜੀ, ਉਦੋਂ ਫਿਰ ਭਜਦੇ ਹੋਏ ਮਨ ਨੂੰ ਮਹਾਰਾਜ ਜੀ ਕਹਿੰਦੇ ਗੁਰੂ ਦੇ ਉਪਦੇਸ਼ ਦੇ ਨਾਲ ਰੋਕ ਲਈਦਾ, ਵਰਜ ਲਈਦਾ। ਨਿਜਰ ਝਰੇ ਸਹਿਜ ਧੁਨ ਲਾਗੈ। ਫਿਰ ਗਰੀਬ ਨਵਾਜ ਜੀ ਕਹਿੰਦੇ ਹੇ ਸਿੱਧੂ, ਤੁਸੀਂ ਤਾਂ ਕਹਿੰਦੇ ਅਸੀਂ ਦਸਮ ਦੇ ਵਿੱਚ ਸਵਾਸ ਚੜਾ ਲੈਨੇ ਆ। ਸਾਧ ਸੰਗਤ ਜੀ ਇੱਕ ਹਿਰਦਾ ਕਮਲ ਹੁੰਦਾ, ਹਿਰਦਾ ਕਮਲ। ਜਿਵੇਂ ਸਾਧ ਸੰਗਤ ਜੀ ਇਹ ਕਮਲ ਮੰਨੇ ਗਏ ਆ, ਇੱਕ ਥੱਲੇ ਦੁਆਰ ਦੇ ਵਿੱਚ ਕਮਲ ਹੁੰਦਾ, ਫਿਰ ਨਾਭੀ ਦੇ ਨਾਭੀ ਕਮਲ ਹੁੰਦਾ ਆ, ਇੱਕ ਹਿਰਦਾ ਕਮਲ ਹੁੰਦਾ, ਇੱਕ ਕੰਠ ਦੇ ਵਿੱਚ ਸਾਧ ਸੰਗਤ ਜੀ ਕਮਲ ਹੁੰਦਾ ਆ। ਇਹ ਜਿਹੜਾ ਹਿਰਦਾ ਰੂਪੀ ਕਮਲ ਹੈ ਨਾ, ਇਹ ਸਿੱਧ ਕੀ ਕਰਦੇ ਆ, ਜਦੋਂ ਦਸਮ ਦੇ ਵਿੱਚ ਸਵਾਸ ਚੜਾ ਲੈਂਦੇ ਆ ਨਾ ਤਾਂ ਹਿਰਦੇ ਵਾਲਾ ਕਮਲ ਜਿਹੜਾ ਪੁੱਠਾ ਸਿੱਧਾ ਹੋ ਜਾਂਦਾ ਹੈ ਇਹਨੂੰ। ਫਿਰ ਉਹ ਦਸਮ ਦੁਆਰ ਦੇ ਵਿੱਚ ਇੱਕ ਰਸ ਨਿਕਲਦਾ ਆ ਤੇ ਉਹ ਰਸ ਸਿੱਧਾ ਆ ਕੇ ਹਿਰਦੇ ਰੂਪੀ ਕਮਲ ਦੇ ਉੱਤੇ ਜਦੋਂ ਪੈਂਦਾ ਹੈ ਨਾ, ਇਹ ਉਹਦਾ ਰਸ ਲੈਂਦੇ ਰਹਿੰਦੇ, ਉਹਦੇ ਨਾਲ ਠੰਡਕ ਸਾਰੇ ਸਰੀਰ ਦੇ ਵਿੱਚ ਰਹਿੰਦੀ ਹੈ, ਬੜਾ ਆਨੰਦ ਬਣ ਜਾਂਦਾ। ਇਹ ਸਿੱਧ ਉਹਦਾ ਹੀ ਰਸ ਲਈ ਜਾਂਦੇ ਆ। ਮਹਾਰਾਜ ਜੀ ਕਹਿੰਦੇ ਭਾਈ ਇਦਾਂ ਨਹੀਂ, ਜਦੋਂ ਗੁਰੂ ਦੇ ਨਾਲ ਜੁੜੀ ਦਾ, ਗੁਰੂ ਉਪਦੇਸ਼ ਦਿੰਦਾ ਆ ਅਸਲੀ, ਫਿਰ ਨਿਜਰ ਝਰੈ ਸਹਿਜ ਧੁਨ ਲਾਗੈ। ਫਿਰ ਨਿਜਰ ਭਾਵ ਝੜਨ ਰੁਕਣ ਤੋਂ ਰਹਿਤ ਜਿਹੜਾ ਰਸ ਹੈ ਉਹ ਸਾਧ ਸੰਗਤ ਜੀ ਝੜਦਾ ਆ ਮਨ ਦੇ ਵਿੱਚ, ਹਿਰਦੇ ਦੇ ਵਿੱਚ। ਕਿਹੜਾ ਰਸ? ਆਨੰਦ ਰੂਪੀ ਰਸ। ਸਹਿਜ ਧੁਨ ਲਾਗੈ। ਫਿਰ ਸਹਿਜੇ ਸਾਧ ਸੰਗਤ ਜੀ ਧੁਨ ਵਾਹਿਗੁਰੂ ਕਹਿਣ ਦੇ ਨਾਲ ਨਾ, ਸ਼ਬਦ ਕਹਿਣ ਦੇ ਨਾਲ, ਗੁਰੂ ਨੇ ਜਿਹੜਾ ਉਪਦੇਸ਼ ਦਿੱਤਾ ਹੋਵੇ, ਮੰਤਰ ਦਿੱਤਾ ਹੋਵੇ, ਉਹਨੂੰ ਜਪਣ ਦੇ ਨਾਲ ਸਹਿਜੇ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਨਾਲ ਲਿਵ ਲੱਗ ਜਾਂਦੀ ਹੈ। ਘਰ ਹੀ ਪਰਚਾ ਪਾਈਐ। ਫਿਰ ਬ੍ਰਹਮਾਨੰਦ ਰੂਪੀ ਰਸ ਸਾਧ ਸੰਗਤ ਜੀ ਝੜਦਾ ਹਿਰਦੇ ਦੇ ਵਿੱਚ। ਘਰ ਹੀ ਪਰਚਾ ਪਾਈਆ, ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਸਾਧ ਸੰਗਤ ਜੀ ਪਰਚਾ ਭਾਵ ਉਪਦੇਸ਼ ਜਿਹੜਾ ਪਾ ਲਈਦਾ ਆ, ਜਾਂ ਪਰਮੇਸ਼ਰ ਪਾ ਲਈਦਾ ਹੈ। ਅੰਜਨ ਮਾਹੇ ਨਿਰੰਜਨ ਰਹੀਐ। ਐਵੇਂ ਭਾਈ ਅੰਜਨ ਮਾਇਆ ਦੀ ਕਾਲਕ ਤੋਂ ਨਿਰੰਜਨ ਰਹਿਤ ਹੋ ਕਰਕੇ ਜੇ ਰਹੀਏ, ਜੋਗ ਜੁਗਤ ਇਵ ਪਾਈਐ। ਇਸ ਜੁਗਤੀ ਦੇ ਨਾਲ ਪਰਮੇਸ਼ਰ ਪਾਇਆ ਜਾਂਦਾ। ਨਾਨਕ ਜੀਵਤ ਆ ਮਰ ਰਹੀਐ। ਮਹਾਰਾਜ ਜੀ ਕਹਿੰਦੇ ਭਾਈ ਜਿਉਂਦੇ ਹੀ ਮਰ ਕੇ ਰਹੋ। ਜਿਉਂਦੇ ਕੀ? ਜੀਵਤ ਭਾਵ ਵੱਲੋਂ ਮਰ ਕੇ ਰਹੋ, ਜਾਂ ਸੰਸਾਰ ਦੇ ਵੱਲੋਂ ਮਰ ਕੇ ਰਹੋ ਤੇ ਪਰਮੇਸ਼ਰ ਦੇ ਵੱਲ ਜਿਉਂ ਕੇ ਰਹੋ। ਪਰਮੇਸ਼ਰ ਦੇ ਵੱਲ ਜੀ ਜਾਵੋ, ਪਰਮੇਸ਼ਰ ਦੇ ਵੱਲ ਜੀਵਤ ਰਹੋ ਤੇ ਸੰਸਾਰ ਵੱਲੋਂ ਮਰ ਕੇ ਰਹੋ। ਇਹ ਗੱਲ ਆਪਣੇ ਚਿੱਤ ਦੇ ਵਿੱਚ ਯਾਦ ਰੱਖੋ ਕਿ ਮੈਂ ਇੱਕ ਨਾ ਇੱਕ ਦਿਨ ਮਰਨਾ ਹੈ। ਜਾਂ ਐਵੇਂ ਮਹਾਰਾਜ ਜੀ ਕਹਿੰਦੇ ਨਾਨਕ ਜੀਵਤ ਆ ਮਰ ਰਹੀ ਹੈ, ਜਿਉਂਦਿਆਂ ਹੋਇਆਂ ਹੀ ਮਰ ਕੇ ਰਹੋ। ਕਿ ਅਸੀਂ ਮਰੇ ਹੋਈਆਂ, ਸਾਡਾ ਮਰਿਆਂ ਦਾ ਕੀ, ਅਸੀਂ ਕਿਹੜਾ ਕੋਈ ਕਰ ਸਕਦੇ ਹਾਂ। ਤਾਂ ਪਰਮੇਸ਼ਰ ਦੇ ਵੱਲ ਸਾਧ ਸੰਗਤ ਜੀ ਜੀਵਤ ਭਾਵ ਹੋ ਕਰਕੇ ਮਹਾਰਾਜ ਜੀ ਕਹਿੰਦੇ ਰਹੋ। ਐਸਾ ਜੋਗ ਕਮਾਈਐ। ਐਸਾ ਮਹਾਰਾਜ ਜੀ ਕਹਿੰਦੇ ਜੁੜਨਾ ਪਰਮੇਸ਼ਰ ਦੇ ਨਾਲ, ਕਮਾਉਣਾ ਕਰੋ। ਵਾਜੇ ਬਾਜੋ ਸਿੰਘੀ ਵਾਜੈ। ਮਹਾਰਾਜ ਜੀ ਕਹਿੰਦੇ ਜਦੋਂ ਐਸਾ ਤੁਸੀਂ ਉਪਦੇਸ਼ ਕਮਾਓਗੇ ਨਾ, ਵਾਜੇ ਬਾਜੋ ਸਿੰਘੀ ਵਾਜੈ। ਹੇ ਸਿੱਧੋ, ਜਿਵੇਂ ਤੁਸੀਂ ਸਿੰਘੀ ਵਜਾਉਂਦੇ ਆ ਨਾ, ਵਾਜੇ ਵਜਾਉਂਦੇ ਹੋ, ਸਿੰਘੀ ਦੇ ਵਿੱਚੋਂ ਆਵਾਜ਼ ਕੱਢਦੇ ਹੋ ਤੇ ਉਹਦਾ ਆਨੰਦ ਲੈਂਦੇ ਹੋ ਕਿ ਵੇਖੋ ਅਸੀਂ ਸਿੰਘੀ ਵਜਾਈ ਹੈ, ਬੜਾ ਇਹਦਾ ਆਨੰਦ ਹੈ, ਬੜੀ ਸੋਹਣੀ ਇਹਦੇ ਵਿੱਚੋਂ ਆਵਾਜ਼ ਆਈ ਹੈ, ਤੇ ਇਸ ਧੁਨ ਨੂੰ ਸਰਵਣ ਕਰਕੇ ਤੁਸੀਂ ਆਨੰਦ ਮਾਣਦੇ ਹੋ। ਮਹਾਰਾਜ ਜੀ ਕਹਿੰਦੇ ਭਾਈ ਜਦੋਂ ਆਹ ਉਪਦੇਸ਼ ਧਾਰਨ ਕਰੋਗੇ ਨਾ ਵਾਹਿਗੁਰੂ ਦਾ, ਵਾਜੇ ਵਾਜੋ ਸਿੰਘੀ ਵਾਜੈ। ਫਿਰ ਵਜਾਉਣ ਤੋਂ ਬਗੈਰ ਹੀ ਸਾਧ ਸੰਗਤ ਜੀ ਹਿਰਦੇ ਦੇ ਵਿੱਚ, ਮਨ ਦੇ ਵਿੱਚ ਜਿਹੜਾ ਅਨਹਦ ਨਾਦ ਹੈ, ਰੁਕਣ ਤੋਂ ਰਹਿਤ, ਉਹ ਸਾਧ ਸੰਗਤ ਜੀ ਵੱਜੇਗਾ। ਮਨ ਦੇ ਵਿੱਚ ਇੱਕ ਅਨਹਦ ਨਾਦ ਵੀ ਸਾਧ ਸੰਗਤ ਜੀ ਪੈਦਾ ਹੁੰਦਾ। ਇਹ ਅਭਿਆਸੀ ਗੁਰਮੁਖ ਰੂਹਾਂ ਨੂੰ ਸਾਧ ਸੰਗਤ ਜੀ ਪਤਾ ਇਹਦੇ ਬਾਰੇ। ਜਦੋਂ ਸਿਮਰਨ ਚੱਲ ਪੈਂਦਾ ਹੈ ਨਾ, ਫਿਰ ਉਦੋਂ ਇਹ ਨਾਦ ਜਿਹੜਾ ਸਾਧ ਸੰਗਤ ਜੀ ਸਰਵਣ ਕਰੀਦਾ ਮਨ ਦੇ ਵਿੱਚ, ਇਹ ਨਾਦ ਕਈਆਂ ਦੇ ਉੱਤੇ ਸ਼ਹੀਦਾਂ ਦੀ ਕਿਰਪਾ ਹੋ ਜਾਂਦੀ ਹੈ, ਨਗਾਰੇ ਵੱਜਦੇ ਸੁਣਦੇ ਹੈ। ਕਈਆਂ ਨੂੰ ਸਾਧ ਸੰਗਤ ਜੀ ਕੀਰਤਨ ਹੁੰਦਾ ਸੁਣੀ ਜਾਂਦਾ ਸਾਰੀ ਦਿਹਾੜੀ। ਇਹ ਜਿਹੜੇ ਅਭਿਆਸ ਕਰਦੇ ਆ ਸ਼ਬਦ ਦਾ, ਉਹਨਾਂ ਨੂੰ ਸਾਧ ਸੰਗਤ ਜੀ ਇਸ ਗੱਲਾਂ ਦਾ ਪਤਾ ਆ। ਉਹ ਫਿਰ ਵਾਜੇ ਵਾਜੋ ਸਿੰਘੀ ਵਾਜਾ। ਮਹਾਰਾਜ ਜੀ ਕਹਿੰਦੇ ਗੁਰਮੁਖੋ ਸਿੱਧੋ, ਜਦੋਂ ਨਾਮ ਜਪੋਗੇ ਨਾ,
ਫਿਰ ਵਜਾਉਣ ਤੋਂ ਬਗੈਰ ਹੀ ਮਨ ਦੇ ਵਿੱਚ ਜਿਹੜੀ ਸਿੰਗੀ ਕੀ ਭਾਵ ਅਨਹਦ ਨਾਦ ਜਿਹੜਾ ਵੱਜੇਗਾ। ਤੋ ਨਿਰਭਉ ਪਦ ਪਾਈਐ। ਤਾਂ ਮਹਾਰਾਜ ਜੀ ਕਹਿੰਦੇ ਭੈ ਤੋਂ ਰਹਿਤ ਜਿਹੜੀ ਪਦਵੀ ਆ ਉਹ ਪ੍ਰਾਪਤ ਕਰੀਦੀ ਹੈ। ਅੰਜਨ ਮਾਹੇ ਨਿਰੰਜਨ ਰਹੀਐ। ਇਸ ਪ੍ਰਕਾਰ ਮਾਇਆ ਦੀ ਕਾਲਖ ਵਿੱਚ ਰਹਿੰਦਿਆਂ ਹੋਇਆਂ ਉਹ ਤੋਂ ਨਿਰਲੇਪ ਰਹੀਏ। ਜੋਗ ਜੁਗਤ ਤਉ ਪਾਈਐ। ਇਸ ਤਰੀਕੇ ਦੇ ਨਾਲ ਇਸ ਜੁਗਤੀ ਦੇ ਨਾਲ ਤਾਂ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਨਾਲ ਜੁੜਨਾ ਪਾਇਆ ਜਾਂਦਾ। ਚਉਪਈ ਸੁਨਹੁ ਨਾਥ ਹਮਰਾ ਇਹ ਜੋਗ। ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਹੇ ਸਿੱਧੂ ਇਹ ਸਾਡਾ ਜਿਹੜਾ ਜੋਗ ਸੁਣੋ ਤੁਸੀਂ, ਸਾਡਾ ਜੁੜਨਾ ਪਰਮੇਸ਼ਰ ਦੇ ਨਾਲ ਕਿਵੇਂ ਹੁੰਦਾ। ਆਏ ਪਰਮਾਤਮ ਜਾਏ ਵੇ ਜੋਗ। ਮਹਾਰਾਜ ਜੀ ਕਹਿੰਦੇ ਪਰਮ ਆਤਮ ਜੋ ਸਾਰਿਆਂ ਆਤਮਾਵਾਂ ਦੇ ਵਿੱਚੋਂ ਵੱਡੀ ਆਤਮਾ ਪਰਮੇਸ਼ਰ, ਜਦੋਂ ਉਹਨੂੰ ਪਾ ਲਈਦਾ ਜਾਏ ਵਿਜੋਗ, ਫਿਰ ਜਿਹੜਾ ਵਿਛੋੜੇ ਆ ਨਾ ਝੂਰੇ ਐ ਦੁੱਖ ਹੈ ਚਲੇ ਜਾਂਦੇ। ਸਹਿਜ ਜੋਗ ਸੰਤਨ ਮਤ ਐਸੇ। ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਤਾਂ 8 ਅੰਗਾਂ ਦਾ ਯੋਗ ਦੱਸਦੇ ਹੋ ਕਿ ਐਵੇਂ ਯੋਗ ਕਰਨਾ ਚਾਹੀਦਾ, ਪੁੱਠੇ ਲਮਕਣਾ ਚਾਹੀਦਾ, ਗਲ ਗਲ ਪਾਣੀ ਵਿੱਚ ਖੜਨਾ ਚਾਹੀਦਾ, ਸਰੀਰ ਤੇ ਸੁਆਹ ਮਲਣੀ ਚਾਹੀਦੀ ਹੈ, ਜਾਂ ਫਿਰ ਪ੍ਰਸ਼ਾਦਾ ਪਾਣੀ ਨਹੀਂ ਛਕਣਾ ਚਾਹੀਦਾ। ਤੁਸੀਂ ਤਾਂ ਇਸ ਪ੍ਰਕਾਰ ਦਾ ਯੋਗ ਦੱਸਦੇ ਹੋ, ਪਰ ਮਹਾਰਾਜ ਜੀ ਕਹਿੰਦੇ ਸਹਿਜ ਯੋਗ ਸੰਤਨ ਮਤ ਐਸੇ। ਸੰਤਾਂ ਦੀ ਮਤ ਦੇ ਵਿੱਚ ਤਾਂ ਐਸਾ ਭਾਈ ਸਹਿਜ ਯੋਗ ਹੈ ਕਿ ਸਹਿਜੇ ਪਰਮੇਸ਼ਰ ਦੇ ਨਾਲ ਜਿਹੜਾ ਜੁੜਨਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ ਨਾ, ਮੈਨੂੰ ਲੱਗਦਾ ਗੌੜੀ ਰਾਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਸਹਿਜੇ ਜਾਗੈ ਸਹਿਜੇ ਸੋਵੈ। ਗਰੀਬ ਨਵਾਜ ਜੀ ਕਹਿੰਦੇ ਗੁਰੂ ਕਾ ਸਿੱਖ ਸਹਿਜੇ ਖਾਣਾ ਪੀਣਾ ਕਰੇ, ਭਾਵ ਥੋੜਾ ਛਕੇ, ਸਹਿਜੇ ਸੌਵੇ ਥੋੜਾ ਸੌਵੇ ਤੇ ਸਹਿਜੇ ਜਾਗੈ ਪਰਮੇਸ਼ਰ ਦੇ ਵੱਲ। ਫਿਰ ਸਹਿਜੇ ਸਾਧ ਸੰਗਤ ਜੀ ਮਨ ਸਹਿਜ ਦੇ ਵਿੱਚ ਹੀ ਜਾਗ ਪੈਂਦਾ ਆ। ਜਿਹੜੇ ਨਾਮ ਜਪਦੇ ਆ ਨਾ ਗੁਰਮੁਖ, ਉਹਨਾਂ ਦੇ ਅੰਦਰ ਸਾਧ ਸੰਗਤ ਜੀ ਬੇਅੰਤ ਸਹਿਜ ਹੁੰਦਾ ਆ। ਉਹ ਸਹਿਜ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ ਹੁੰਦੀ ਸੰਤਾਂ ਸਾਧੂਆਂ ਨੂੰ। ਜੇ ਉਹ ਬੋਲਣ ਵੀ ਤਾਂ ਵੀ ਸਹਿਜੇ ਸਹਿਜੇ ਹੌਲੀ ਹੌਲੀ ਬੋਲਦੇ ਆ, ਜੇ ਚੱਲਣ ਵੀ ਤਾਂ ਵੀ ਸਹਿਜੇ ਸਹਿਜੇ ਹੰਸਾਂ ਵਾਲੀ ਚਾਲ ਚੱਲਦੇ ਆ, ਜੇ ਸਾਧ ਸੰਗਤ ਜੀ ਕੋ ਕੰਮ ਕਰਨ ਤਾਂ ਵੀ ਉਹ ਸਹਿਜੇ ਸਹਿਜੇ ਕਰਦੇ ਆ। ਸਾਧ ਸੰਗਤ ਜੀ ਇਹ ਹੈ ਮਹਾਰਾਜ ਜੀ ਕਹਿੰਦੇ ਸਹਿਜ ਯੋਗ ਸਾਡੇ ਪੰਥ ਦੇ ਵਿੱਚ ਹੈ। ਇਹ ਨਹੀਂ ਵੀ 4 ਦਿਨ ਰੱਜ ਕੇ ਬਾਣੀ ਪੜ੍ਹ ਲਈ ਮੁੜ ਕੇ ਸੁੱਤੇ ਰਹੇ ਫਿਰ। ਇਹ ਮਹਾਰਾਜ ਜੀ ਕਹਿੰਦੇ ਨਹੀਂ, ਸਹਿਜੇ ਸਹਿਜੇ ਹੌਲੀ ਹੌਲੀ ਪਰਮੇਸ਼ਰ ਦਾ ਨਾਮ ਜਪਣਾ, ਟਕਾ ਟਕਾ ਕੇ ਮਨ ਨਾਮ ਜਪ ਕੇ ਫਿਰ ਸੁਣਨਾ ਸਰਵਣ ਕਰਨਾ, ਫਿਰ ਉਹਦਾ ਰਸ ਲੈਣਾ। ਇਹ ਮਹਾਰਾਜ ਜੀ ਕਹਿੰਦੇ ਸਹਿਜ ਯੋਗ ਭਾਈ ਸੰਤਾਂ ਦੀ ਮਤ ਬੁੱਧੀ ਇਸ ਪ੍ਰਕਾਰ ਕਹਿੰਦੀ ਹੈ, ਜਾਂ ਮਤਾ ਆ ਸੰਤਾਂ ਦਾ ਇਹ ਕਿ ਇਹ ਭਾਈ ਸਹਿਜ ਯੋਗ ਹੈ। ਸੰਸੈ ਭਰਮ ਨਾ ਕੀਜੈ ਕੈਸੇ। ਮਹਾਰਾਜ ਜੀ ਕਹਿੰਦੇ ਹੇ ਸਿੱਧੂ ਇਸ ਦੇ ਵਿੱਚ ਕੋਈ ਸ਼ੰਕਾ ਜਾਂ ਭਰਮ ਨਾ ਕਰੋ ਕਿਸੇ ਪ੍ਰਕਾਰ। ਸ਼੍ਰੀ ਮੁਖ ਵਾਕ ਸ਼੍ਰੋਮਣੀ ਮੁਖ ਤੋਂ ਗੁਰੂ ਅੰਗਦ ਦੇ ਮਹਾਰਾਜ ਜੀ ਫਿਰ ਬਚਨ ਕਰਨ ਲੱਗੇ। ਦੀਖਿਆ ਆਖ ਬੁਝਾਇਆ। ਮਹਾਰਾਜ ਜੀ ਕਹਿੰਦੇ ਦੀਖਿਆ ਨਾਮ ਹੈ ਸਾਧ ਸੰਗਤ ਜੀ ਸਿੱਖਿਆ ਦਾ, ਜਿਹਨੂੰ ਆਪ ਆਖ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੁਝਾਇਆ ਦੱਸਿਆ ਹੋਵੇ, ਸਿੱਖਿਆ ਸਾਧ ਸੰਗਤ ਜੀ ਦਿੱਤੀ ਹੋਵੇ। ਸਿਫਤੀ ਸੱਚ ਸਮੇਓ। ਉਹ ਮਹਾਰਾਜ ਜੀ ਕਹਿੰਦੇ ਸਿੱਖ ਸਿਫਤੀ ਜੋ ਪਰਮੇਸ਼ਰ ਦੀ ਸਿਫਤ ਸਲਾਹ ਹੈ ਸੱਚੇ ਦੀ, ਉਹਦੇ ਵਿੱਚ ਸਮਾ ਜਾਂਦਾ ਹੈ। ਤਿਨ ਕੋ ਕਿਆ ਉਪਦੇਸੀਐ। ਮਹਾਰਾਜ ਜੀ ਕਹਿੰਦੇ ਹੇ ਸਿੱਧੂ ਉਹਨਾਂ ਨੂੰ ਤੁਸੀਂ ਕੀ ਉਪਦੇਸ਼ ਦੇਣਾ ਹੈ। ਜਿਨ ਗੁਰ ਨਾਨਕ ਦੇਓ। ਜਿਨ੍ਹਾਂ ਨੂੰ ਉਪਦੇਸ਼ ਆਪ ਜਗਤ ਮਾਲਕ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਉਪਦੇਸ਼ ਦੇ ਰਿਹਾ, ਉਹਨਾਂ ਨੂੰ ਸਿੱਧੂ ਤੁਸੀਂ ਕੀ ਉਪਦੇਸ਼ ਦੇਣਾ। ਤੁਸੀਂ ਕੌਣ ਹੁੰਦੇ ਉਹਨਾਂ ਨੂੰ ਉਪਦੇਸ਼ ਦੇਣ ਵਾਲੇ, ਜਿਨ੍ਹਾਂ ਨੂੰ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਿਨ੍ਹਾਂ ਨੂੰ ਆਪ ਐਸਾ ਪਰਮੇਸ਼ਰ ਵਾਹਿਗੁਰੂ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਦੇ ਰਹੇ, ਉਹਨਾਂ ਨੂੰ ਸਾਧ ਸੰਗਤ ਜੀ ਹੋਰ ਕਿਸੇ ਨੇ ਕੀ ਉਪਦੇਸ਼ ਦੇਣਾ। ਉਹਨਾਂ ਤੋਂ ਵੱਡਾ ਤਾਂ ਨਹੀਂ ਕਿਸੇ ਨੇ ਉਪਦੇਸ਼ ਦੇ ਦੇਣਾ। ਅੱਜ ਸਾਧ ਸੰਗਤ ਜੀ ਅਸੀਂ ਮੜੀਆਂ ਮਸਾਣਾ ਤੇ ਤੁਰੇ ਫਿਰਦੇ ਆ, ਦੇਹ ਧਾਰੀ ਗੁਰੂਆਂ ਕੋਲ ਤੁਰੇ ਫਿਰਦੇ ਆ, ਇਹਨਾਂ ਨੇ ਸਾਨੂੰ ਕੀ ਉਪਦੇਸ਼ ਦੇਣਾ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਆ ਉਪਦੇਸ਼ ਦੇਣ ਵਾਲੇ, ਇਹ ਕੌਣ ਹੁੰਦੇ, ਇਹਨਾਂ ਨੇ ਕਿਹੜਾ ਉਪਦੇਸ਼ ਦੇ ਦੇਣਾ ਕਿਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਉਪਦੇਸ਼ ਤਾਂ ਨਹੀਂ ਦੇਣ ਲੱਗੇ, ਗੁਰੂ ਨਾਨਕ ਦੇਵ ਮਹਾਰਾਜ ਤੋਂ ਵੱਡਾ ਉਪਦੇਸ਼ ਤਾਂ ਨਹੀਂ ਦੇਣ ਲੱਗੇ।
ਸਾਰਿਆਂ ਤੋਂ ਵੱਡਾ ਉਪਦੇਸ਼ ਗੁਰੂ ਮਹਾਰਾਜ ਹੀ ਦਿੰਦੇ ਆ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ, ਭਾਈ ਤਿਨ ਕੋ ਕਿਆ ਉਪਦੇਸੀਆ ਜਿਨ ਗੁਰੂ ਨਾਨਕ ਦਿਓ। ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਪਦ ਪਦਾਰਥ ਦੇ ਰਿਹਾ, ਆਪ ਮੁਕਤੀ ਦੇ ਰਹੇ ਹੈ, ਉਹਨਾਂ ਨੂੰ ਕਿਸੇ ਨੇ ਕੀ ਉਪਦੇਸ਼ ਦੇਣਾ, ਉਹਨਾਂ ਨੂੰ ਕਿਸੇ ਨੇ ਕੀ ਨਾਮ ਦੇਣਾ। ਤੋ ਸਾਧ ਸੰਗਤ ਜੀ, ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਿੱਧਾ ਦੇ ਤਾਈਂ ਬਖਸ਼ਿਸ਼ ਕਰ ਰਹੇ ਹਨ। ਸਮੇਂ ਦੀ ਸਾਧ ਸੰਗਤ ਜੀ ਸਮਾਪਤੀ ਹੈ। ਗਰੀਬ ਨਵਾਜ ਜੀ ਹੁਣ ਜਿਵੇਂ ਸਿੱਧਾਂ ਨੂੰ ਅੱਗੇ ਸਾਰਾ ਦੱਸਣਗੇ, ਸਿੱਧ ਮਹਾਰਾਜ ਜੀ ਦੇ ਚਰਨੀ ਲੱਗਣਗੇ, ਇਹ ਆਪਾਂ ਕੱਲ ਵਾਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇੱਥੋਂ ਤੱਕ ਗਰੀਬ ਨਵਾਜ ਜੀ ਦੀ ਗੁਰਬਾਣੀ ਦੇ ਸ਼ਬਦ ਦੇ ਅਰਥ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ਣ, ਚੜ੍ਹਦੀ ਕਲਾ ਕਰਨ। ਇੱਥੇ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੀਖਿਆ ਆਖ 부ਝਾਇਆ ਸਿਫਤੀ ਸੱਚ ਸਮੇਓ। ਤਿਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।